ਪਿਆਰੇ ਵਿਦਿਆਰਥੀਓ, ਅੱਜ ਆਪਾਂ 10ਵੀਂ ਜਮਾਤ ਲਈ ਨਿਰਧਾਰਤ ਪੁਸਤਕ ਸਾਹਿਤਕ ਰੰਗ ਵਿੱਚੋਂ ਡਾਕਟਰ ਪ੍ਰਿਥਵੀ ਰਾਜ ਥਾਪਰ ਦੁਆਰਾ ਲਿਖੀ ਹੋਈ ਜੀਵਨੀ ਕਰਾਂਗੇ, ਜੋ ਕਿ ਅਣਥਕ ਵਿਗਿਆਨੀ ਡਾਕਟਰ ਅਬਦੁਲ ਕਲਾਮ ਜੀ ਬਾਰੇ ਹੈ। ਇਸ ਬਾਰੇ ਆਪਾਂ ਵਿਸਤਾਰ ਨਾਲ ਪੜ੍ਹਾਂਗੇ ਅਤੇ ਇਸ ਦੀ ਵਿਆਖਿਆ ਕਰਾਂਗੇ। ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾਕਟਰ ਅਬਦੁਲ ਕਲਾਮ ਜੀ, ਉਹਨਾਂ ਦਾ ਇੱਕ ਕਥਨ ਹੈ, ਮੇਰੇ ਮਰਨ ਉਪਰੰਤ ਛੁੱਟੀ ਦਾ ਐਲਾਨ ਨਾ ਕਰਨਾ। ਇਹ ਉਹਨਾਂ ਦਾ ਇੱਕ ਅਜਿਹਾ ਕਥਨ ਸੀ ਜੋ ਸਾਡੇ ਸਭ ਲਈ ਸੀ, ਵਿਦਿਆਰਥੀਆਂ ਲਈ, ਅਧਿਆਪਕਾਂ ਲਈ ਤੇ ਕਿਸੇ ਵੀ ਥਾਂ 'ਤੇ ਕੰਮ ਕਰਨ ਵਾਲਿਆਂ ਲਈ। ਉਹਨਾਂ ਦਾ ਜੋ ਜਨਮ ਸੀ ਤਾਮਿਲਨਾਡੂ ਦੇ ਵਿੱਚ ਹੋਇਆ ਸੀ, ਰਮੇਸ਼ਵਰਮ ਵਿਖ, ਤੇ ਉਹ ਆਪ ਮੁਸਲਮਾਨ ਪਰਿਵਾਰ ਵਿੱਚੋਂ ਸਨ। ਉਹ ਬੜਾ ਹੀ ਸਧਾਰਨ ਪਰਿਵਾਰ ਸੀ। ਕਲਾਮ ਘਰ ਵਿੱਚ 4 ਭਰਾਵਾਂ ਤੇ 1 ਭੈਣ ਤੋਂ ਛੋਟੇ ਸਨ। ਕਲਾਮ ਦੇ ਪੁਰਖਿਆਂ ਦਾ ਜੋ ਵਪਾਰ ਦਾ ਕੰਮ ਸੀ ਉਹ ਕਿਸ਼ਤੀਆਂ ਦਾ ਸੀ ਤੇ ਬਹੁਤ ਵਧੀਆ ਸੀ, ਪਰ ਕਿਸੇ ਕਾਰਨ ਕਰਕੇ ਵਪਾਰ ਵਿੱਚ ਘਾਟਾ ਪੈ ਗਿਆ ਤੇ ਉਹ ਬਹੁਤ ਹੀ ਗਰੀਬ ਹੋ ਗਿਆ ਉਹਨਾਂ ਦਾ ਪਰਿਵਾਰ। ਸੋ ਇਸ ਤਰ੍ਹਾਂ ਅਸੀਂ ਅਬਦੁਲ ਕਲਾਮ ਜੀ ਨੂੰ ਅਖਬਾਰ ਵੇਚ ਕੇ ਘਰ ਵਾਲਿਆਂ ਦੀ ਸਹਾਇਤਾ ਕਰਨੀ ਪਈ। ਸਕੂਲੀ ਪੜ੍ਹਾਈ ਦੌਰਾਨ ਕਲਾਮ ਇੱਕ ਸਧਾਰਨ ਵਿਦਿਆਰਥੀ ਸਨ, ਪਰ ਬਹੁਤ ਹੀ ਮਿਹਨਤੀ ਸਨ। ਉਹਨਾਂ ਨੂੰ ਹਮੇਸ਼ਾ ਕੁਝ ਨਵਾਂ ਸਿੱਖਣ ਦੀ ਇੱਛਾ ਰਹਿੰਦੀ ਸੀ ਤੇ ਉਹਨਾਂ ਦੀ ਇਹੀ ਇੱਛਾ ਜਿਹੜੀ ਹੈ ਤਾਂ ਉਮਰ ਉਹਨਾਂ ਦੇ ਨਾਲ ਰਹੀ। ਤੇ ਵਿਗਿਆਨ ਵਿੱਚ, ਗਣਿਤ ਵਿੱਚ, ਖਾਸ ਕਰਕੇ ਅੰਕ ਗਣਿਤ ਵਿੱਚ ਉਹਨਾਂ ਦੀ ਬਹੁਤ ਜ਼ਿਆਦਾ ਰੁਚੀ ਸੀ। ਰਾਮਾਨਾਥਪੁਰਮ ਤੋਂ ਆਪ ਜੀ ਨੇ 10ਵੀਂ ਕੀਤੀ। ਡਾਕਟਰ ਕਲਾਮ ਸਨ ਜੋ ਉਹ ਸੇਂਟ ਜੋਸਫ ਕਾਲਜ ਤੋਂ ਉਹਨਾਂ ਨੇ ਭੌਤਿਕ ਵਿਗਿਆਨ ਦੇ ਵਿੱਚ ਅਗਲੀ ਪੜ੍ਹਾਈ ਕੀਤੀ। ਸੋ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਸਕੂਲ ਸਮੇਂ ਦੇ ਵਿੱਚ ਸਧਾਰਨ ਵਿਦਿਆਰਥੀ ਸਨ, ਬਟ ਜਿਹੜੀ ਉਹਨਾਂ ਦੀ ਰੁਚੀ ਸੀਗੀ ਉਹ ਅੰਕ ਗਣਿਤ ਤੇ ਹੋਰ ਵਿਗਿਆਨਕ ਜਿਹੜੇ ਵਿਸ਼ੇ ਸਨ ਉਹਨਾਂ ਦੇ ਵਿੱਚ ਸੀ। ਵਿਗਿਆਨੀ ਵਜੋਂ ਡਾਕਟਰ ਕਲਾਮ ਦਾ ਜੀਵਨ ਸੰਘਰਸ਼ ਭਰਪੂਰ ਰਿਹਾ। ਸੰਨ 1955 ਈਸਵੀ ਵਿੱਚ ਆਪ ਪੁਲਾੜ ਵਿੱਦਿਆ ਲਈ ਮਦਰਾਸ ਚੇਨਈ ਇੰਸਟੀਚਿਊਟ ਆਫ ਟੈਕਨੋਲੋਜੀ ਵਿੱਚ ਦਾਖਲ ਹੋਏ ਤੇ ਉਹ ਭਾਰਤੀ ਹਵਾਈ ਫੌਜ ਦੇ ਜੰਗੀ ਜਹਾਜ਼ ਦਾ ਪਾਇਲਟ ਬਣਨ ਦੀ ਵਾਲੇ ਆਪਣੇ ਸੁਪਨੇ ਤੋਂ ਖੁੰਝ ਗਏ ਸਨ ਤੇ ਪਰ ਉਹਨਾਂ ਨੇ ਫਿਰ ਵੀ ਹੌਸਲਾ ਨਹੀਂ ਛੱਡਿਆ। ਅਸੀਂ ਪਹਿਲਾਂ ਹੀ ਦੇਖ ਚੁੱਕੇ ਹਾਂ ਕਿ ਬਚਪਨ ਤੋਂ ਹੀ ਉਹ ਜਿਹੜੇ ਮਿਹਨਤੀ ਸਨ, ਮਿਹਨਤੀ ਸੁਭਾਅ ਦੇ ਹੋਣ ਕਰਕੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਤੰਗੀ ਆਈ ਉਹਨਾਂ ਨੂੰ ਉਸਨੇ ਆਪਣੇ ਢੰਗ ਦੇ ਨਾਲ ਨਜਿੱਠ ਲਿਆ। ਸੋ ਇਸੇ ਤਰ੍ਹਾਂ ਆਪਣੀ ਪੜ੍ਹਾਈ ਦੌਰਾਨ ਤੇ ਹੋਰ ਜਿਹੜੇ ਜੀਵਨ ਦੇ ਕੰਮਾਂ ਦੌਰਾਨ ਹਮੇਸ਼ਾ ਹੀ ਉਹਨਾਂ ਨੇ ਸੰਘਰਸ਼ ਭਰਪੂਰ ਜਿਹੜਾ ਜੀਵਨ ਜਿਉਇਆ। ਤੇ 1960 ਈਸਵੀ ਵਿੱਚ ਡਾਕਟਰ ਕਲਾਮ ਇੱਕ ਹੋਰ ਸੰਸਥਾ ਵਿੱਚ ਦਾਖਲ ਹੋਏ, ਜਿੱਥੇ ਉਹਨਾਂ ਨੂੰ ਵਿਗਿਆਨਕ ਪੱਖ ਤੋਂ ਬਹੁਤ ਸਾਰਾ ਜਿਹੜਾ ਹੈਗਾ ਕੰਮ ਕਰਨ ਦਾ ਮੌਕਾ ਮਿਲਿਆ। ਤੇ ਪਰ ਉਹ ਆਪਣੀ ਨੌਕਰੀ ਦੀ ਚੋਣ ਤੋਂ ਸੰਤੁਸ਼ਟ ਨਹੀਂ ਸਨ। ਫਿਰ ਉਹ ਭਾਰਤੀ ਪੁਲਾੜ ਖੋਜ ਸੰਸਥਾ ਇਸਰੋ ਚਲੇ ਗਏ। ਉੱਥੇ ਉਹ ਪਹਿਲੇ ਭਾਰਤੀ ਲੇਂਚ ਵਹੀਕਲ SLV ਦੇ ਜਿਹੜਾ ਹੈਗਾ ਪ੍ਰੋਜੈਕਟ ਡਾਇਰੈਕਟਰ ਵਜੋਂ ਨਿਯੁਕਤ ਹੋਏ। ਇਹ ਜਿਹੜੀਆਂ ਸਾਰੀਆਂ ਗੱਲਾਂ ਨੇ ਸਾਨੂੰ ਉਹਨਾਂ ਦੇ ਮਿਹਨਤੀ ਹੋਣ ਦਾ, ਪੂਰੀ ਤਰ੍ਹਾਂ ਨਾਲ ਅਣਥਕ ਹੋਣ ਦਾ ਜਿਹੜਾ ਪ੍ਰਮਾਣ ਦਿੰਦੀਆਂ ਨੇ। ਇਸੇ ਲਈ ਜਿਹੜਾ ਇਸ ਜੀਵਨੀ ਦਾ ਨਾਮ ਵੀ ਹੈ ਉਹ ਹੈ ਅਣਥਕ ਵਿਗਿਆਨੀ, ਭਾਵ ਵਿਗਿਆਨ ਦੇ ਖੇਤਰ ਵਿੱਚ ਉਹਨਾਂ ਨੇ ਜਿਹੜੇ ਵੀ ਕੰਮ ਕੀਤੇ ਉਹ ਬਹੁਤ ਹੀ ਅਣਥਕ ਸਨ, ਭਾਵ ਬਿਨਾਂ ਥੱਕੇ, ਭਾਵ ਲਗਾਤਾਰ ਉਹ ਮਿਹਨਤ ਕਰ ਰਹੇ ਸਨ। 1982 ਵਿੱਚ ਡਾਕਟਰ ਅਬਦੁਲ ਕਲਾਮ ਜੀ ਬਤੌਰ ਡਾਇਰੈਕਟਰ DRDO ਵਿੱਚ ਫਿਰ ਵਾਪਸ ਆ ਗਏ। 1992 ਵਿੱਚ ਉਹ ਭਾਰਤੀ ਰੱਖਿਆ ਮੰਤਰੀ ਦੇ ਸੀਨੀਅਰ ਵਿਗਿਆਨਕ ਸਲਾਹਕਾਰ ਵਜੋਂ ਨਿਯੁਕਤ ਹੋਏ। ਇਸ ਅਹੁਦੇ ਦੀ ਉਹਨਾਂ ਨੇ ਪਰਮਾਣੂ ਪਰਖਾਂ ਦੇ ਵਿਕਾਸ ਦੀ ਮੁਹਿੰਮ ਲਈ ਵਰਤੋਂ ਕੀਤੀ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਉਹਨਾਂ ਦਾ ਤਾਂ ਜੀਵਨ ਹੈਗਾ ਜਿਹੜਾ ਵਿਗਿਆਨਕ ਕੰਮਾਂ ਦੇ ਹੀ ਲੇਖੇ ਲੱਗਿਆ। ਇਹ ਉਹਨਾਂ ਦੀ ਜੀਵਨੀ ਦੇ ਭਿੰਨ-ਭਿੰਨ ਅੰਸ਼ ਹਨ, ਜਿਨ੍ਹਾਂ ਤੋਂ ਅਸੀਂ ਸਹਿਜੇ ਅੰਦਾਜ਼ਾ ਲਗਾ ਸਕਦੇ ਹਾਂ ਕਿ ਉਹਨਾਂ ਨੇ ਆਪਣਾ ਪੂਰਾ ਜੀਵਨ ਵਿਗਿਆਨਕ ਕਾਰਜਾਂ ਦੇ ਲੇਖੇ ਲਾਇਆ, ਜੋ ਕਿ ਪੂਰੇ ਦੇਸ਼ ਦੇ ਹਿੱਤ ਵਿੱਚ ਸਨ, ਜਿਨ੍ਹਾਂ ਦਾ ਅਸੀਂ ਅੱਜ ਤੱਕ ਵੀ ਲਾਹਾ ਲੈਂਦੇ ਹਾਂ। ਇਹ ਵੀ ਸੱਚ ਹੈ ਕਿ ਵਿਗਿਆਨਕ ਖੇਤਰ ਵਿੱਚ ਕੰਮ ਕਰਦਿਆਂ, ਚਾਹੇ ਉਹ ਦੇਸ਼ ਦੇ ਹਿੱਤਾਂ ਲਈ ਕੰਮ ਸਨ,
ਉਹਨਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਬਹੁਤ ਵਾਰ ਤਾਂ ਇੰਜ ਹੋਇਆ ਕਿ ਉਹਨਾਂ ਦੇ ਜਿਹੜੇ ਪ੍ਰੋਜੈਕਟ ਹੁੰਦੇ ਸੀ ਉਹਨਾਂ ਉੱਤੇ ਰੋਕ ਲਗਾ ਦਿੱਤੀ ਜਾਂਦੀ ਰਹੀ। ਵਿਗਿਆਨ ਦੇ ਖੇਤਰ ਵਿੱਚ ਮਾਰੀਆਂ ਮੱਲਾਂ ਕਾਰਨ ਕਲਾਮ ਸਾਹਿਬ ਨੂੰ ਖੂਬ ਪ੍ਰਸਿੱਧੀ ਮਿਲੀ। ਸਰਕਾਰੀ ਦਰਬਾਰੇ ਉਹਨਾਂ ਦਾ ਮਾਣ ਸਨਮਾਨ ਬਹੁਤ ਹੋਣ ਲੱਗਿਆ। ਸੰਨ 2002 ਦੇ ਵਿੱਚ ਰਾਸ਼ਟਰੀ ਸੱਤਾਧਾਰੀ ਨੌਕਰਾਜੀ ਗੱਠਜੋੜ NDA ਨੇ ਦੀ ਮਦਦ ਨਾਲ ਡਾਕਟਰ ਸਾਹਿਬ ਨੇ ਭਾਰਤ ਦੇ 11ਵੇਂ ਰਾਸ਼ਟਰਪਤੀ ਬਣਾਇਆ ਗਿਆ। ਇਸ ਅਹੁਦੇ ਉੱਤੇ ਵੀ ਉਹਨਾਂ ਨੇ ਵੱਖਰਾ ਹੀ ਜਿਹੜਾ ਹੈਗਾ ਆਪਣਾ ਕੰਮ ਕੀਤਾ, ਵੱਖਰੇ ਹੀ ਢੰਗ ਨਾਲ, ਤੇ ਬਹੁਤ ਹੀ ਜ਼ਿਆਦਾ ਨਾਮਣਾ ਖੱਟਿਆ। ਉਹ ਭਾਰਤ ਦੇ ਪਹਿਲੇ ਰਾਸ਼ਟਰਪਤੀ ਸਨ ਜਿਨ੍ਹਾਂ ਨੇ ਪੜ੍ਹਨ ਵਾਲੇ ਬੱਚਿਆਂ ਲਈ ਖਾਸ ਤੌਰ ਦੇ ਉੱਤੇ ਆਪਣੀ ਦਿਲਚਸਪੀ ਦਿਖਾਈ ਤੇ ਸਮੇਂ-ਸਮੇਂ 'ਤੇ ਉਹਨਾਂ ਦਾ ਮਾਰਗਦਰਸ਼ਨ ਕੀਤਾ। ਸਮੇਂ-ਸਮੇਂ 'ਤੇ ਵਿਦਿਆਰਥੀਆਂ ਨੂੰ ਮਿਲ ਕੇ ਜਿਹੜਾ ਹੈ ਉਹਨਾਂ ਦੇ ਵਿੱਚ ਰੁਚੀਆਂ ਪੈਦਾ ਕੀਤੀਆਂ ਪੜ੍ਹਨ ਦੀਆਂ ਤੇ ਮਿਹਨਤ ਦੀਆਂ। ਕਿਹਾ ਜਾਂਦਾ ਹੈ ਕਿ ਆਪਣੇ 5 ਸਾਲਾਂ ਦੇ ਰਾਸ਼ਟਰਪਤੀ ਕਾਲ ਦੌਰਾਨ ਉਹਨਾਂ ਨੇ ਇੱਕ ਟੀਚਾ ਮਿਥਿਆ ਸੀ ਕਿ ਉਹ ਇਸ ਸਮੇਂ ਦੌਰਾਨ 5 ਲੱਖ ਨੌਜਵਾਨਾਂ ਨੂੰ ਵਿਅਕਤੀਗਤ ਤੌਰ 'ਤੇ ਮਿਲਣਗੇ, ਉਹਨਾਂ ਨਾਲ ਮੀਟਿੰਗਾਂ ਕਰਨਗੇ। ਸੋ ਇਹ ਇੱਕ ਬਹੁਤ ਹੀ ਵੱਖਰੀ ਤਰ੍ਹਾਂ ਦਾ ਕੰਮ ਸੀ ਜੋ ਇੱਕ ਭਾਰਤੀ ਰਾਸ਼ਟਰਪਤੀ ਨੇ ਕੀਤਾ, ਤੇ ਇਹ ਉਹਨਾਂ ਦੇ ਜੀਵਨ ਦੀ ਵਿਲੱਖਣਤਾ ਸੀ ਕਿ ਜਿਸ ਤਰ੍ਹਾਂ ਦੇ ਉਹ ਆਪ ਮਿਹਨਤੀ ਸਨ, ਵਿਦਿਆਰਥੀ ਜੀਵਨ ਦੌਰਾਨ ਵੀ ਮਿਹਨਤੀ ਸਨ। ਉਸ ਚੀਜ਼ ਉਹ ਵਿਦਿਆਰਥੀਆਂ ਵਿੱਚ ਦੇਖਣਾ ਚਾਹੁੰਦੇ ਸਨ ਤਾਂ ਕਿ ਭਾਰਤ ਦੇ ਭਵਿੱਖ ਨੂੰ ਜਿਹੜਾ ਹੈ ਉਜਵਲ ਬਣਾਇਆ ਜਾ ਸਕੇ। ਆਪਣੇ ਰਾਸ਼ਟਰਪਤੀ ਦੇ ਪਦ ਤੋਂ ਆਪਣੇ ਰਾਸ਼ਟਰਪਤੀ ਪਦ ਤੋਂ ਰਿਟਾਇਰ ਹੋਣ ਤੋਂ ਬਾਅਦ ਉਹਨਾਂ ਨੇ ਬਤੌਰ ਪ੍ਰੋਫੈਸਰ ਕਾਲਜ ਵਿੱਚ ਪੜ੍ਹਾਉਣਾ ਸ਼ੁਰੂ ਕੀਤਾ, ਜੋ ਕਿ ਉਹਨਾਂ ਦਾ ਮਨਭਾਉਂਦਾ ਕੰਮ ਸੀ। ਭਾਰਤ ਦੇ ਨੌਜਵਾਨਾਂ ਲਈ ਉਹਨਾਂ ਨੇ ਵਟ ਕੈਨ ਆਈ ਗਿਵ ਮੂਵਮੈਂਟ ਦੀ ਸ਼ੁਰੂਆਤ ਕੀਤੀ। ਉਹਨਾਂ ਦਾ ਮੰਨਣਾ ਸੀ ਜੇਕਰ ਕਿਸੇ ਦੇਸ਼ ਨੂੰ ਭ੍ਰਿਸ਼ਟਾਚਾਰ ਰਹਿਤ ਤੇ ਸੁੰਦਰ ਮਨ ਵਾਲੇ ਲੋਕਾਂ ਦਾ ਦੇਸ਼ ਬਣਾਉਣਾ ਹੈ ਤਾਂ ਸਮਾਜ ਦੇ 3 ਪ੍ਰਮੁੱਖ ਮੈਂਬਰ ਪਿਤਾ, ਮਾਤਾ ਅਤੇ ਗੁਰੂ ਇਹ ਕੰਮ ਕਰ ਸਕਦੇ ਹਨ। ਭਾਵ ਪਿਤਾ ਦੇ, ਮਾਤਾ ਦੇ ਤੇ ਗੁਰੂ ਦੇ ਹੱਥ ਹੈ ਕਿ ਕਿਸੇ ਵੀ ਦੇਸ਼ ਨੂੰ ਜਿਹੜਾ ਹੈ ਸੁੰਦਰ ਬਣਾਉਣਾ ਹੈ, ਭ੍ਰਿਸ਼ਟਾਚਾਰ ਤੋਂ ਮੁਕਤ ਬਣਾਉਣਾ ਹੈ। ਇਸ ਤੋਂ ਕੀ ਭਾਵ ਹੈ ਕਿ ਸਭ ਤੋਂ ਪਹਿਲਾਂ ਜਿਹੜਾ ਹੈਗਾ ਬੱਚਾ ਮਾਤਾ ਪਿਤਾ ਦੇ ਹੱਥਾਂ 'ਚ ਪਲਦਾ ਹੈ, ਉਹਦੀ ਨੀਂਹ ਉੱਥੇ ਰੱਖੀ ਜਾਂਦੀ ਹੈ। ਉਸ ਨੂੰ ਚੰਗੇ ਸੰਸਕਾਰ ਨੇ ਜੋ ਮਾਤਾ ਪਿਤਾ ਤੋਂ, ਪਰਿਵਾਰ ਤੋਂ ਮਿਲਦੇ ਨੇ। ਇਹਦਾ ਮਤਲਬ ਉਹਨਾਂ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਦੇਸ਼ ਦੇ ਪ੍ਰਤੀ ਵੀ। ਉਹ ਆਪਣੇ ਬੱਚੇ ਦੀ ਪਰਵਰਿਸ਼ ਪ੍ਰਤੀ, ਦੇਸ਼ ਪ੍ਰਤੀ ਵੀ ਫਰਜ਼ ਨਿਭਾ ਰਹੇ ਹੁੰਦੇ ਨੇ। ਇੱਕ ਤਰ੍ਹਾਂ ਦੇ ਨਾਲ ਕੰਮ ਉਹ ਆਪਣੇ ਬੱਚੇ ਨੂੰ ਪਾਲਣ ਦਾ ਕਰ ਰਹੇ ਹੁੰਦੇ ਹਨ। ਜਿਹੋ ਜਿਹੇ ਉਹ ਸੰਸਕਾਰ ਆਪਣੇ ਬੱਚੇ ਨੂੰ ਦੇਣਗੇ ਤਾਂ ਇਸੇ ਤਰ੍ਹਾਂ ਦੇ ਨਾਲ ਜਿਹੜਾ ਸਮਾਜ ਹੈ ਜਾਂ ਦੇਸ਼ ਹੈ ਸਿਰਜਿਆ ਜਾਏਗਾ। ਤਾਂ ਉਸ ਤੋਂ ਅੱਗੇ ਜੋ ਵਿਦਿਆਰਥੀ ਹੈ, ਬੱਚਾ ਹੈ, ਉਹ ਗੁਰੂ ਭਾਵ ਟੀਚਰ ਦੇ ਹੱਥਾਂ ਵਿੱਚ ਚਲਿਆ ਜਾਂਦਾ ਹੈ। ਭਾਵ ਟੀਚਰ ਦੀ ਦੇਖ ਰੇਖ ਦੇ ਵਿੱਚ ਵੱਡਾ ਹੁੰਦਾ ਹੈ, ਸਿੱਖਦਾ ਹੈ, ਪਲਦਾ ਹੈ। ਸੋ ਅਗਲਾ ਕੰਮ ਜਿਹੜਾ ਹੈਗਾ ਗੁਰੂ ਦਾ, ਅਧਿਆਪਕ ਦਾ ਹੈ ਕਿ ਉਸਨੇ ਕਿਸ ਤਰ੍ਹਾਂ ਦਾ ਬੱਚਾ ਤਿਆਰ ਕੀਤਾ ਹੈ, ਕਿਸ ਤਰ੍ਹਾਂ ਦੇ ਸੰਸਕਾਰ ਬੱਚੇ ਨੂੰ ਦਿੱਤੇ ਹਨ। ਜਿਸ ਤਰ੍ਹਾਂ ਦਾ ਬੱਚਾ ਜਿਹੜਾ ਹੈਗਾ ਉਹ ਸਿੱਖਿਆ ਗ੍ਰਹਿਣ ਕਰੇਗਾ, ਚਾਹੇ ਉਹ ਪਿਤਾ ਤੋਂ ਕਰ ਰਿਹਾ ਹੈ ਚਾਹੇ ਮਾਤਾ ਤੋਂ, ਤਾਂ ਉਸੇ ਤਰ੍ਹਾਂ ਦਾ ਉਹ ਜੋ ਹੈ ਅੱਗੋਂ ਉਹਦੇ ਵਿੱਚ ਸੰਸਕਾਰ ਆਉਣਗੇ ਤੇ ਉਹੀ ਸੰਸਕਾਰ ਉਹਨੂੰ ਇੱਕ ਅੱਛਾ ਨਾਗਰਿਕ ਬਣਨ ਵਿੱਚ ਮਦਦ ਕਰਨਗੇ। ਤੇ ਜਿਹੋ ਜਿਹਾ ਨਾਗਰਿਕ ਹੋਏਗਾ ਉਸੇ ਤਰ੍ਹਾਂ ਦਾ ਦੇਸ਼ ਹੋਏਗਾ। ਸੋ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਡਾਕਟਰ ਕਲਾਮ ਸਨ ਜੋ ਉਹ ਸਿਰਫ ਰਾਜਨੈਤਿਕ ਜਾਂ ਆਪਣੀਆਂ ਹੀ ਜੋ ਉਹਨਾਂ ਦੀਆਂ ਵਿਗਿਆਨਕ ਰੁਚੀਆਂ ਸਨ ਉੱਥੋਂ ਤੱਕ ਸੀਮਤ ਨਹੀਂ ਸਨ। ਉਹ ਪੂਰੇ ਰਾਸ਼ਟਰ ਬਾਰੇ ਸੋਚਦੇ ਸਨ। ਰਾਸ਼ਟਰੀ ਸੁਰੱਖਿਆ ਦੇ ਖੇਤਰ ਵਿੱਚ ਵੀ ਉਹ ਜਿਹੜਾ ਹੈਗਾ ਕੰਮ ਉਹਨਾਂ ਨੇ ਕੀਤਾ ਤੇ ਹੋਰਾਂ ਵਿਦਿਆਰਥੀਆਂ ਨੂੰ ਵੀ ਉਸ ਤਰ੍ਹਾਂ ਦੀ ਗਾਈਡੈਂਸ ਦੇ ਕੇ ਉਹਨਾਂ ਨੇ ਅੱਗੇ ਤੋਰਿਆ। ਉਹ ਦੇਸ਼ ਦੇ ਆਰਥਿਕ ਸਥਿਤੀਆਂ ਵਾਸਤੇ, ਰਾਸ਼ਟਰੀ ਸੁਰੱਖਿਆ ਵਾਸਤੇ ਹਮੇਸ਼ਾ ਹੀ ਜਿਹੜਾ ਹੈਗਾ ਉਪਰਾਲੇ ਕਰਦੇ ਰਹਿੰਦੇ ਸਨ। ਤੇ ਜਿਹੜਾ ਹੈ ਉਹਨਾਂ ਦਾ ਇਹ ਵੀ ਮੰਨਣਾ ਸੀ ਕਿ ਸਾਫਟਵੇਅਰ ਦੀ ਵੱਡੀ ਪੱਧਰ ਉੱਪਰ ਵਰਤੋਂ ਨਾਲ ਵੱਧ ਤੋਂ ਵੱਧ ਲੋਕਾਂ ਤੱਕ ਜਿਹੜੀ ਹੈ ਸੂਚਨਾ ਤਕਨੋਲੋਜੀ ਵੀ ਪਹੁੰਚਣੀ ਚਾਹੀਦੀ ਆ, ਕਿਉਂਕਿ ਉਹ ਚਾਹੁੰਦੇ ਸਨ ਕਿ ਭਾਰਤ ਦਾ ਹਰ ਵਾਸੀ ਤੇ ਜੋ ਖਾਸ ਕਰਕੇ ਜਿਹੜੀ ਆਉਣ ਵਾਲੀ ਪੀੜ੍ਹੀ ਉਹ ਤਕਨੋਲੋਜੀ ਨਾਲ ਲੈਸ ਹੋਵੇ ਤਾਂ ਕਿ ਅਸੀਂ ਵਿਸ਼ਵ ਪੱਧਰ ਦੇ ਉੱਤੇ ਜਿਹੜੇ ਹੋਣ ਵਾਲੇ ਕੰਮ ਨੇ, ਹੋਣ ਵਾਲੀਆਂ ਖੋਜਾਂ ਨੇ,
ਉਹਨਾਂ ਬਾਰੇ ਜਾਣ ਸਕੀਏ ਤੇ ਆਪਣੀ ਜਿਹੜੀ ਹੈ ਨੌਲੇਜ ਹੈ, ਆਪਣਾ ਗਿਆਨ ਹੈ, ਉਸ ਨੂੰ ਵੀ ਵਿਸ਼ਵ ਪੱਧਰ ਤੱਕ ਪਹੁੰਚਾ ਸਕੀਏ। ਅਬਦੁਲ ਕਲਾਮ ਜੀ ਬਹੁਤ ਹੀ ਸਵੈਮਾਨੀ ਸਨ। ਉਹ ਚਾਹੁੰਦੇ ਸੀ ਕਿ ਭਾਰਤ ਦਾ ਹਰ ਨਾਗਰਿਕ ਸਵੈਮਾਨ ਭਰਪੂਰ ਹੋਵੇ ਤੇ ਉਹਨਾਂ ਦਾ ਇਹ ਮੰਨਣਾ ਸੀ ਕਿ ਕੀ ਅਸੀਂ ਇਹ ਨਹੀਂ ਜਾਣਦੇ ਕਿ ਆਤਮ ਸਨਮਾਨ ਆਤਮ ਨਿਰਭਰਤਾ ਦੇ ਨਾਲ ਆਉਂਦਾ ਹੈ। ਇਸ ਦਾ ਭਾਵ ਇਹ ਸੀ ਕਿ ਉਹ ਹਰ ਭਾਰਤੀ ਨੂੰ ਆਤਮ ਨਿਰਭਰ ਬਣਾਉਣਾ ਚਾਹੁੰਦੇ ਸਨ ਤੇ ਹਰ ਭਾਰਤੀ ਨੂੰ ਆਤਮ ਨਿਰਭਰ ਬਣਾ ਕੇ ਦੇਸ਼ ਨੂੰ ਨਿਰਭਰ ਬਣਾਉਣਾ ਚਾਹੁੰਦੇ ਸਨ। ਤੇ ਜਦੋਂ ਦੇਸ਼ ਨਿਰਭਰ ਹੋਏਗਾ, ਉੱਥੋਂ ਦਾ ਨਾਗਰਿਕ ਨਿਰਭਰ ਹੋਏਗਾ, ਤਾਂ ਉਹਦੇ ਵਿੱਚ ਆਪਣੇ ਆਪ ਸਵੈਮਾਨ ਆਏਗਾ। ਤੇ ਉਹਨਾਂ ਦੀ ਪਰਸਨੈਲਿਟੀ ਦੇ ਹੋਰ ਪੱਖ ਦੇਖੀਏ ਤਾਂ ਆਪ ਜੀ ਤਿਆਗ ਦੀ ਮੂਰਤ ਸਨ। ਉਹਨਾਂ ਨੇ ਵਿਆਹ ਨਾ ਕਰਵਾ ਕੇ ਆਪਣੀ ਸਾਰੀ ਜਿਹੜੀ ਜ਼ਿੰਦਗੀ ਸੀ ਉਹ ਦੇਸ਼ ਦੇ ਲੇਖੇ ਲਾਈ। ਇਸ ਦੇ ਨਾਲ ਨਾਲ ਉਹ ਸਾਦਗੀ ਪਸੰਦ ਇਨਸਾਨ ਸਨ। ਤੇ ਜੇ ਅਸੀਂ ਉਹਨਾਂ ਦੀ ਪਰਸਨੈਲਿਟੀ ਦੇ ਇਹਨਾਂ ਪੱਖਾਂ ਨੂੰ ਦੇਖੀਏ ਤਾਂ ਉਹ ਬਹੁਤ ਹੀ ਪੰਕਚੁਅਲ ਵੀ ਸਨ, ਬਹੁਤ ਹੀ ਸਾਜਰੇ ਉਹਨਾਂ ਨੇ ਮਤਲਬ ਉੱਠ ਜਾਣਾ ਤੇ ਪੂਰਾ ਦਿਨ ਕੰਮ ਵਿੱਚ ਲੱਗੇ ਰਹਿਣਾ। ਉਹਨਾਂ ਦੇ ਸਾਦਗੀ ਭਰਪੂਰ ਤੇ ਮਿਹਨਤੀ ਜੀਵਨ ਦੇ ਸੰਬੰਧੀ ਇੱਕ ਫਿਲਮ ਬਣੀ ਸੀ ਆਈ ਐਮ ਕਲਾਮ, ਜਿਹਦੇ ਵਿੱਚ ਜੋ ਉਹਨਾਂ ਦਾ ਕਰੈਕਟਰ ਸੀ ਦਰਸਾਇਆ ਗਿਆ ਸੀ ਉਹ ਇਸ ਤਰ੍ਹਾਂ ਸੀ ਜਿਵੇਂ ਉਹ ਗਰੀਬਾਂ ਦੇ ਮਸੀਹੇ ਹੋਣ, ਭਾਵ ਗਰੀਬਾਂ ਦੇ ਮਸੀਹੇ ਵਜੋਂ ਉਹਨਾਂ ਨੂੰ ਉਸ ਫਿਲਮ ਦੇ ਵਿੱਚ ਦਰਸਾਇਆ ਗਿਆ ਸੀ। ਛੋਟੂ ਨਾਂ ਦੇ ਇੱਕ ਰਾਜਸਥਾਨੀ ਬੱਚੇ ਨੇ ਆਪਣੇ ਇਸ਼ਟ ਦੇ ਸਨਮਾਨ ਵਿੱਚ ਆਪਣਾ ਨਾਮ ਕਲਾਮ ਰੱਖਿਆ। ਇੱਕ ਹੋਰ ਗੱਲ ਜੋ ਉਹਨਾਂ ਦੇ ਜੀਵਨ ਬਾਰੇ ਸੀ ਕਿ ਆਪ ਪੂਰੀ ਤਰ੍ਹਾਂ ਧਰਮ ਨਿਰਪੱਖ ਸਨ, ਭਾਵ ਧਰਮ ਨਿਰਪੱਖ ਹੋਣਾ ਉਹਨਾਂ ਦੀ ਜ਼ਿੰਦਗੀ ਦਾ ਇੱਕ ਮਹੱਤਵਪੂਰਨ ਮੁੱਦਾ ਰਿਹਾ। ਉਹ ਚਾਹੇ ਕਿਸੇ ਵੀ ਧਰਮ ਨੂੰ ਬਿਲੋਂਗ ਕਰਦੇ ਸਨ, ਉਹਨਾਂ ਨੇ ਇਸ ਚੀਜ਼ ਨੂੰ ਕਦੇ ਵੀ ਆੜੇ ਨਹੀਂ ਆਉਣ ਦਿੱਤਾ, ਹਮੇਸ਼ਾ ਦੇਸ਼ ਨੂੰ ਪਹਿਲ ਦਿੱਤੀ। ਬੇਸ਼ੱਕ ਉਹ ਮੁਸਲਮਾਨ ਧਰਮ ਵਿੱਚ ਪਲੇ ਤੇ ਵੱਡੇ ਹੋਏ ਸਨ, ਪਰ ਆਪ ਇੰਨੀ ਤਰ੍ਹਾਂ ਨਾਲ ਧਰਮ ਨਿਰਪੱਖ ਸਨ ਕਿ ਉਹਨਾਂ ਦੇ ਕਿਸੇ ਵੀ ਕਾਰਜ ਵਿੱਚ ਜਿਹੜਾ ਧਰਮ ਉਹ ਨਹੀਂ ਰੁਕਾਵਟ ਨਹੀਂ ਬਣਿਆ। ਉਹਨਾਂ ਨੇ ਹਮੇਸ਼ਾ ਹੀ ਧਰਮ ਤੋਂ ਉੱਚਿਆਂ ਉੱਠ ਕੇ ਸੋਚਿਆ ਤੇ ਕੰਮ ਕੀਤਾ। ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਜੋ ਅਬਦੁਲ ਕਲਾਮ ਜੀ ਸਨ, ਇੱਕ ਇਸ ਤਰ੍ਹਾਂ ਦੇ ਭਾਰਤ ਦੇ ਸਪੂਤ ਸਨ ਜਿਨ੍ਹਾਂ ਦੇ ਗੁਣਾਂ ਨੂੰ ਅਸੀਂ ਗਿਣਨ ਬੈਠੀਏ ਤਾਂ ਉਹਨਾਂ ਦਾ ਕੋਈ ਅੰਤ ਨਹੀਂ। ਧਰਮ ਦੇ ਬਾਰੇ ਉਹਨਾਂ ਦੀ ਇੱਕ ਹੋਰ ਸੋਚ ਇਹ ਵੀ ਸੀ ਕਿ ਧਰਮ ਹੈ ਜੋ ਉਹ ਜੋੜਨ ਦਾ ਇੱਕ ਕਾਰਨ ਬਣਨਾ ਚਾਹੀਦਾ। ਜਿਹੜੇ ਵੱਡੀ ਸੋਚ ਵਾਲੇ ਲੋਕ ਹੁੰਦੇ ਨੇ, ਖੁੱਲ੍ਹੀ ਸੋਚ ਵਾਲੇ ਲੋਕ ਹੁੰਦੇ ਨੇ, ਧਰਮ ਉਹਨਾਂ ਲਈ ਕਦੇ ਵੀ ਕਿਸੇ ਕੰਮ ਵਾਸਤੇ ਰੁਕਾਵਟ ਨਹੀਂ ਬਣਦਾ। ਇਹ ਛੋਟੀ ਸੋਚ ਵਾਲੇ ਲੋਕਾਂ ਦਾ ਕੰਮ ਹੈ ਕਿ ਧਰਮ ਨੂੰ ਉਹ ਜਿਹੜਾ ਹੈਗਾ ਲੜਾਈ ਦਾ ਸਾਧਨ ਬਣਾਉਂਦੇ ਨੇ, ਇੱਕ ਦੂਜੇ ਨਾਲ ਈਰਖਾ ਦਾ ਜਿਹੜਾ ਹੈਗਾ ਕਾਰਨ ਬਣਦਾ ਉਹਨਾਂ ਦੇ ਲਈ ਧਰਮ। ਇਹ ਸਿਰਫ ਉਹਨਾਂ ਦੀ ਸੋਚ 'ਤੇ ਕੰਮ ਕਰਦਾ। ਧਰਮ ਦਾ ਅਸਲੀ ਕੰਮ ਤਾਂ ਜੋੜਨਾ ਹੁੰਦਾ। ਧਰਮ ਨਿਰਪੱਖਤਾ ਦੀ ਇੱਕ ਬਹੁਤ ਵੱਡੀ ਮਿਸਾਲ ਇਹ ਵੀ ਹੈ ਉਹਨਾਂ ਦੇ ਜੀਵਨ ਦੀ ਕਿ ਉਹਨਾਂ ਨੇ ਸੰਸਕ੍ਰਿਤ ਭਾਸ਼ਾ ਸਿੱਖੀ ਤੇ ਉਹ ਸਿੱਖਣ ਦਾ ਉਹਨਾਂ ਦਾ ਜੋ ਕਾਰਨ ਸੀ ਉਹ ਸੀਗਾ ਭਗਵਤ ਗੀਤਾ ਨੂੰ ਪੜ੍ਹਨਾ। ਇੱਥੋਂ ਅਸੀਂ ਕੀ ਮਤਲਬ ਸਾਨੂੰ ਪਤਾ ਲੱਗਦਾ ਹੈ ਕਿ ਉਹਨਾਂ ਨੇ ਹਰ ਧਰਮ ਬਾਰੇ ਗਿਆਨ ਪ੍ਰਾਪਤ ਕੀਤਾ, ਕਿਉਂਕਿ ਉਹਨਾਂ ਦੇ ਲਈ ਗਿਆਨ ਪ੍ਰਾਪਤ ਕਰਨਾ ਹੀ ਜਿਹੜਾ ਹੈ ਮੁੱਖ ਮਕਸਦ ਸੀ। ਉਹਨਾਂ ਨੂੰ ਇਹ ਸੀ ਕਿ ਮੈਨੂੰ ਹਰ ਧਰਮ ਬਾਰੇ, ਹਰ ਸੈਕਟ ਬਾਰੇ, ਭਾਰਤ ਦੇ ਹਰ ਮਤਲਬ ਜਿਹੜਾ ਜੋ ਵੀ ਧਰਮ ਇੱਥੇ ਹੁੰਦੇ ਨੇ ਜਾਂ ਵਿਸ਼ਵਾਸ ਮੰਨੇ ਜਾਂਦੇ ਨੇ, ਸਾਰਿਆਂ ਬਾਰੇ ਗਿਆਨ ਹੋਵੇ। ਉਹ ਗਿਆਨ ਪ੍ਰਾਪਤੀ ਦੇ ਪੱਖ ਤੋਂ ਧਰਮਾਂ ਨੂੰ ਜਾਣਨਾ ਚਾਹੁੰਦੇ ਸਨ, ਨਾ ਕਿ ਆਪਣੇ ਆਪ ਨੂੰ ਇੱਕ ਧਰਮ ਨਾਲ ਸੀਮਿਤ ਕਰਨ ਲਈ। ਅਜਿਹੀ ਧਰਮ ਨਿਰਪੱਖਤਾ ਵਾਲੇ ਜਿਹੜੇ ਮਹਾਨ ਪੁਰਸ਼ ਸੀਗੇ, ਉਹ ਜਦੋਂ ਦੇਸ਼ ਦੇ ਰਾਸ਼ਟਰਪਤੀ ਬਣੇ ਤਾਂ ਇੱਕ ਬਹੁਤ ਹੀ ਮਾਣ ਵਾਲੀ ਗੱਲ ਸੀ। ਭਾਰਤ ਜੋ ਕਿ ਬਹੁਤ ਸਾਰੇ ਧਰਮਾਂ, ਭਾਸ਼ਾਵਾਂ, ਅਲੱਗ-ਅਲੱਗ ਜਿਹੜਾ ਪਹਿਰਾਵਿਆਂ ਦਾ ਦੇਸ਼ ਹੈ, ਜਿੱਥੇ ਅਲੱਗ-ਅਲੱਗ ਸੈਕਟਸ ਨੂੰ ਮੰਨਣ ਵਾਲੇ ਲੋਕ ਨੇ, ਜਿੱਥੇ ਅਲੱਗ-ਅਲੱਗ ਭਾਸ਼ਾ ਬੋਲਣ ਵਾਲੇ ਲੋਕ ਨੇ, ਮਤਲਬ ਬਹੁਤ ਸਾਰੀਆਂ ਵਿਭਿੰਨਤਾਵਾਂ ਨੇ ਭਾਰਤ ਵਿੱਚ, ਜਿੱਥੇ ਇਸ ਤਰ੍ਹਾਂ ਦਾ ਰਾਸ਼ਟਰਪਤੀ ਜਿਹੜਾ ਕਿ ਇਹਨਾਂ ਸਭ ਗੱਲਾਂ ਤੋਂ ਉੱਪਰ ਉੱਠ ਕੇ ਏਕਤਾ ਦੇ ਰੂਪ ਦੇ ਵਿੱਚ ਸਾਰੇ ਲੋਕਾਂ ਨੂੰ ਜੋੜਨਾ ਚਾਹੁੰਦਾ ਸੀ। ਅਜਿਹੇ ਰਾਸ਼ਟਰਪਤੀ ਦਾ ਹੋਣਾ ਆਪਣੇ ਆਪ ਵਿੱਚ ਹੀ ਭਾਰਤ ਲਈ ਬਹੁਤ ਹੀ ਮਾਣ ਵਾਲੀ ਗੱਲ ਸੀ। ਜੇ ਗੱਲ ਕਰੀਏ ਕਿ ਉਹਨਾਂ ਦਾ ਦੇਸ਼ ਦੀ ਤਰੱਕੀ ਨੂੰ ਲੈ ਕੇ ਕੀ ਸਪਸ਼ਟ ਜਿਹੜਾ ਉਹਨਾਂ ਦੀ ਸੋਚ ਸੀ,
ਉਹਨਾਂ ਦਾ ਜਿਹੜਾ ਸੋਚ ਸੀ ਇਸ ਪ੍ਰਤੀ ਵਿਕਾਸ ਨੂੰ ਲੈ ਕੇ ਬੜੀ ਸਪਸ਼ਟ ਸੀ। ਉਹਨਾਂ ਦਾ ਮੰਨਣਾ ਸੀ ਕਿ ਦਹਿਸ਼ਤਵਾਦ ਹੋਵੇ, ਚਾਹੇ ਅੰਦਰੂਨੀ ਕਿਸੇ ਵੀ ਤਰ੍ਹਾਂ ਦਾ ਦੇਸ਼ ਦੇ ਵਿੱਚ ਚੱਲ ਰਿਹਾ ਵਿਵਾਦ ਹੋਵੇ, ਤੇ ਬੇਰੁਜ਼ਗਾਰੀ, ਇਹ ਜਿਹੜੀਆਂ ਤਿੰਨ ਚੀਜ਼ਾਂ ਨੇ ਇਹ ਮੁੱਖ ਚੁਣੌਤੀਆਂ ਨੇ ਦੇਸ਼ ਦੀ ਜਿਹੜੀ ਵਿਕਾਸ ਦੇ ਵਿੱਚ ਰੁਕਾਵਟ ਬਣਦੀਆਂ। ਸੋ ਸਭ ਤੋਂ ਪਹਿਲਾਂ ਇਹਨਾਂ ਚੁਣੌਤੀਆਂ ਤੋਂ ਜਿਹੜੀ ਮੁਕਤੀ ਪਾਉਣੀ ਬਹੁਤ ਲਾਜ਼ਮੀ ਹੈ। ਦਹਿਸ਼ਤਗਰਦੀ ਨਹੀਂ ਹੋਣੀ ਚਾਹੀਦੀ ਦੇਸ਼ ਵਿੱਚ, ਕਿਸੇ ਤਰ੍ਹਾਂ ਦਾ ਅੰਦਰੂਨੀ ਜੋ ਝਗੜੇ ਚੱਲਦੇ ਨੇ, ਚਾਹੇ ਉਹ ਇੱਕ ਦੂਜੇ ਧਰਮ ਨਾਲ ਚੱਲ ਰਹੇ ਨੇ, ਚਾਹੇ ਇੱਕ ਦੂਜੇ ਸੂਬੇ ਨਾਲ ਚੱਲ ਰਹੇ ਨੇ। ਸੋ ਕਿਸੇ ਵੀ ਕਾਰਨਾਂ ਕਰਕੇ ਜੋ ਅੰਦਰੂਨੀ ਝਗੜੇ ਦੇਸ਼ ਦੇ ਵਿੱਚ ਚੱਲਦੇ ਨੇ ਉਹ ਰੁਕਾਵਟ ਬਣਦੇ ਨੇ ਦੇਸ਼ ਦੀ ਤਰੱਕੀ ਲਈ। ਸੋ ਇਸੇ ਤਰ੍ਹਾਂ ਹੀ ਬੇਰੁਜ਼ਗਾਰੀ ਦੇਸ਼ ਦੇ ਨੌਜਵਾਨ ਨੂੰ ਜਿਹੜੀ ਰੈਸਟਲੈਸ ਕਰੀ ਰੱਖਦੀ ਆ, ਇਸ ਕਰਕੇ ਇਹ ਵੀ ਤਰੱਕੀ ਦੇ ਰਾਹ ਵਿੱਚ ਬਹੁਤ ਵੱਡਾ ਰੋੜਾ ਹੈ। ਉਹ ਦੇਸ਼ ਨੂੰ ਹਰ ਪੱਖ ਤੋਂ ਸਰਬ ਕਲਾ ਸੰਪੰਨ ਬਣਾਉਣਾ ਚਾਹੁੰਦੇ ਸਨ। ਲੋਕ ਰਾਜ ਪ੍ਰਣਾਲੀ ਵਿੱਚ ਸੰਵਿਧਾਨ ਦਾ ਪਾਲਣਾ ਕਰਨੀ ਬਹੁਤ ਜ਼ਰੂਰੀ ਹੈ, ਇਹ ਵੀ ਉਹਨਾਂ ਦਾ ਮੰਨਣਾ ਸੀ, ਕਿਉਂਕਿ ਦੇਸ਼ ਦਾ ਜਿਹੜਾ ਸੰਵਿਧਾਨ ਹੈ ਉਹ ਸਾਰਿਆਂ ਨੂੰ ਬਰਾਬਰੀ ਦਾ ਹੱਕ ਦਿੰਦਾ ਹੈ। ਇਸ ਕਰਕੇ ਉਸ ਦੇ ਵਿੱਚ ਜੋ ਵੀ ਸੰਵਿਧਾਨ ਦੇ ਵਿੱਚ ਲਿਖਿਆ ਗਿਆ ਹੈ ਉਸ ਨੂੰ ਮੰਨਣਾ, ਉਹਦੇ 'ਤੇ ਅਮਲ ਕਰਨਾ, ਉਹਦੇ ਅਨੁਸਾਰ ਚੱਲਣ ਦੇ ਨਾਲ ਆਟੋਮੈਟਿਕਲੀ ਦੇਸ਼ ਵਿੱਚੋਂ ਬਹੁਤ ਸਾਰੀਆਂ ਸਮੱਸਿਆਵਾਂ ਖਤਮ ਹੋ ਸਕਦੀਆਂ ਹਨ। ਅਤੇ ਉਹਨਾਂ ਦਾ ਇਹ ਵੀ ਕਹਿਣਾ ਸੀ, ਸੁਪਨੇ ਉਹ ਨਹੀਂ ਹੁੰਦੇ ਜੋ ਤੁਸੀਂ ਨੀਂਦ ਵਿੱਚ ਵੇਖਦੇ ਹੋ, ਬਲਕਿ ਸੁਪਨੇ ਉਹ ਹੁੰਦੇ ਨੇ ਜੋ ਤੁਹਾਨੂੰ ਸੌਣ ਨਹੀਂ ਦਿੰਦੇ। ਇਹ ਇਹਨਾਂ ਦੀ ਜਿਹੜੀ ਹੈਗੀ ਕੋਟੇਸ਼ਨ ਬਹੁਤ ਹੀ ਜ਼ਿਆਦਾ ਮਸ਼ਹੂਰ ਹੈ, ਜਿਹਦੇ ਬਾਰੇ ਕਿਹਾ ਜਾਂਦਾ ਹੈ ਕਿ ਇਹ ਉਹਨਾਂ ਦੇ ਪੂਰੇ ਜੀਵਨ ਦਾ ਇੱਕ ਤਰ੍ਹਾਂ ਨਾਲ ਨਿਚੋੜ ਸੀ ਕਿ ਅਸੀਂ ਜੋ ਸੁਪਨੇ ਰਾਤਾਂ ਨੂੰ ਸੁੱਤੇ ਹੋਏ ਦੇਖਦੇ ਹਾਂ ਉਹ ਸਿਰਫ ਤੇ ਸਿਰਫ ਕਲਪਨਾਵਾਂ ਹੁੰਦੀਆਂ ਨੇ। ਸੁਪਨੇ ਤਾਂ ਅਸਲ ਵਿੱਚ ਉਹ ਹੁੰਦੇ ਨੇ ਜੋ ਸਾਨੂੰ ਸੌਣ ਨਾ ਦੇਣ। ਭਾਵ ਇਸ ਤਰ੍ਹਾਂ ਦਾ ਸੁਪਨਾ ਮਨੁੱਖ ਨੂੰ ਲੈਣਾ ਚਾਹੀਦਾ ਹੈ ਜਿਸ ਨੂੰ ਪੂਰਾ ਕਰਨ ਦੇ ਲਈ ਫਿਰ ਉਹ ਤਾਂ ਉਮਰ ਜਿਹੜਾ ਹੈਗਾ ਮਿਹਨਤ ਕਰਦਾ ਰਹੇ, ਅਤੇ ਜੋ ਸੁਪਨਾ ਸਿਰਜਿਆ ਹੁੰਦਾ ਉਸ ਦੀ ਪੂਰਤੀ ਲਈ ਸਾਰੀ ਉਮਰ ਲੱਗਿਆ ਰਹੇ। ਅਤੇ ਹੁਣ ਜੇ ਅਸੀਂ ਉਹਨਾਂ ਦੀ ਗੱਲ ਕਰੀਏ ਕਿ ਕਲਾਮ ਸਾਹਿਬ ਸਾਡੇ ਕੋਲੋਂ ਸਦੀਵੀ ਵਿਛੋੜਾ ਕਿਵੇਂ ਦੇ ਗਏ। ਉਹਨਾਂ ਦਾ ਦਿਲ ਦੇ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ ਸੀ 30 ਜੁਲਾਈ 2015 ਨੂੰ, ਅਤੇ ਉਦੋਂ ਵੀ ਉਹ ਇੱਕ ਜਗ੍ਹਾ ਦੇ ਉੱਤੇ ਤਾਂ ਜਿਹੜਾ ਹੈਗਾ ਵਿਦਿਆਰਥੀਆਂ ਨੂੰ ਭਾਸ਼ਣ ਦੇ ਰਹੇ ਸੀ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਵਿੱਚ। ਅਤੇ ਜਿਵੇਂ ਆਪਾਂ ਸ਼ੁਰੂ 'ਚ ਹੀ ਗੱਲ ਕੀਤੀ ਕਿ ਉਹਨਾਂ ਨੇ ਸਾਰੀ ਉਮਰ ਜਿਹੜਾ ਹੈਗਾ ਵਿਦਿਆਰਥੀਆਂ ਨਾਲ ਮੇਲ ਜੋਲ ਬਣਾਈ ਰੱਖਿਆ, ਅਤੇ ਇਹ ਵੀ ਉਹਨਾਂ ਦਾ ਇੱਕ ਇਸ ਤਰ੍ਹਾਂ ਦਾ ਹੀ ਮਤਲਬ ਸਮਾਂ ਸੀ ਜਦੋਂ ਉਹ ਵਿਦਿਆਰਥੀਆਂ ਨਾਲ ਗੱਲਬਾਤ ਕਰ ਰਹੇ ਸਨ। ਸੋ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ APJ ਅਬਦੁਲ ਕਲਾਮ ਜੀ ਇੱਕ ਅਜਿਹੀ ਪਰਸਨੈਲਿਟੀ ਸਨ ਜਿਨ੍ਹਾਂ ਦੇ ਬਾਰੇ ਜਿੰਨੀ ਗੱਲ ਕੀਤੀ ਜਾਵੇ ਉਹ ਥੋੜ੍ਹੀ ਆ। ਉਹਨਾਂ ਦੀਆਂ ਬਹੁਤ ਸਾਰੀਆਂ ਜੀਵਨ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਈਆਂ ਨੇ, ਇਸ ਤਰ੍ਹਾਂ ਦੀਆਂ ਗੱਲਾਂ ਨੇ, ਜਾਂ ਮੋਟੀਵੇਸ਼ਨਲ ਉਹਨਾਂ ਦੀਆਂ ਵੀਡੀਓਜ਼ ਵੀ ਆਈਆਂ ਹੋਈਆਂ ਨੇ ਜਿਨ੍ਹਾਂ ਤੋਂ ਮਨੁੱਖ, ਖਾਸ ਕਰਕੇ ਵਿਦਿਆਰਥੀ ਵਰਗ, ਬਹੁਤ ਕੁਝ ਸਿੱਖ ਸਕਦਾ ਹੈ। ਅਸੀਂ ਉਹਨਾਂ ਦੇ ਇਨਾਮਾਂ ਸਨਮਾਨਾਂ ਦੀ ਗੱਲ ਕਰੀਏ ਜੋ ਉਹਨਾਂ ਨੇ ਪੂਰੀ ਉਮਰ ਪ੍ਰਾਪਤ ਕੀਤੇ, ਪਦਮ ਭੂਸ਼ਣ, ਪਦਮ ਵਿਭੂਸ਼ਣ, ਅਤੇ ਉਸ ਤੋਂ ਬਾਅਦ ਉਹਨਾਂ ਨੇ ਭਾਰਤ ਰਤਨ ਅਵਾਰਡ ਵੀ ਉਹਨਾਂ ਨੂੰ ਮਿਲਿਆ ਸੀਗਾ 1997 ਦੇ ਵਿੱਚ। ਉਹਨਾਂ ਨੇ ਸਵੈ ਜੀਵਨੀ ਵਿੰਗਸ ਆਫ ਦੀ ਫਾਇਰ ਜਿਹੜੀ ਕਈ ਇਸ ਤਰ੍ਹਾਂ ਦੇ ਪੁਸਤਕਾਂ ਵੀ ਲਿਖੀਆਂ ਨੇ। ਕਿਹਾ ਜਾਂਦਾ ਹੈ ਕਿ ਦੱਖਣੀ ਕੋਰੀਆ ਵਿੱਚ ਉਹਨਾਂ ਦੀਆਂ ਲਿਖੀਆਂ ਕਿਤਾਬਾਂ ਦੇ ਅਨੁਵਾਦ ਪੜ੍ਹਨ ਦੀ ਬਹੁਤ ਵੱਡੀ ਡਿਮਾਂਡ ਚੱਲ ਰਹੀ ਹੈ। ਮਤਲਬ ਇੱਕ ਇਸ ਤਰ੍ਹਾਂ ਦੀ ਭਾਰਤੀ ਜਿਹੜੀ ਪਰਸਨੈਲਿਟੀ ਸਨ ਜਿਨ੍ਹਾਂ ਨੂੰ ਵਿਦੇਸ਼ ਦੇ ਵਿੱਚ ਵੀ ਜਿਹੜਾ ਬਹੁਤ ਉਹਨਾਂ ਨੂੰ ਪਸੰਦ ਕੀਤਾ ਜਾਂਦਾ ਸੀ, ਅਤੇ ਉਹਨਾਂ ਦੀ ਹਰ ਜਿਹੜੀ ਗੱਲ ਹੈਗੀ ਉਹਦਾ ਮੁੱਲ ਪੈਂਦਾ ਸੀ। ਸੋ ਇਸ ਗੱਲ ਤੋਂ ਵੀ ਸਾਨੂੰ ਸਾਫ਼ ਜ਼ਾਹਰ ਹੈ ਕਿ ਉਹਨਾਂ ਦਾ ਲਿਖਿਆ ਅਤੇ ਜੋ ਵੀ ਉਹਨਾਂ ਦਾ ਕਿਤਾਬਾਂ ਦੇ ਰੂਪ ਦੇ ਵਿੱਚ ਹੈ ਉਹ ਹੋਰਾਂ ਦੇਸ਼ਾਂ ਦੇ ਲੋਕ ਨੇ ਜਿਹੜੇ ਉਸ ਦੀ ਡਿਮਾਂਡ ਕਰ ਰਹੇ ਨੇ ਕਿ ਉਹਦਾ ਅਨੁਵਾਦ ਕਰਕੇ ਸਾਡੀਆਂ ਭਾਸ਼ਾਵਾਂ ਦੇ ਵਿੱਚ ਹੋਵੇ ਤਾਂ ਅਸੀਂ ਉਸ ਨੂੰ ਪੜ੍ਹ ਕੇ ਉਹਨਾਂ ਤੋਂ ਕੁਝ ਪ੍ਰੇਰਨਾ ਲਈਏ। ਸੋ ਇਸ ਤਰ੍ਹਾਂ ਦੇ ਨਾਲ ਅਸੀਂ ਦੇਖਦੇ ਹਾਂ ਕਿ ਡਾਕਟਰ ਕਲਾਮ ਇਕੱਲੇ ਵਿਦਿਆਰਥੀ ਵਰਗ ਦੇ ਹੀ ਨਹੀਂ, ਭਾਰਤ ਦੇ ਜਨ ਜਨ ਦੇ ਲਈ ਇੱਕ ਪ੍ਰੇਰਨਾ ਸਰੋਤ ਸਨ। ਸਾਨੂੰ ਉਹਨਾਂ ਨੂੰ ਅਣਗੌਲੇ ਨਹੀਂ ਕਰਨਾ ਚਾਹੀਦਾ। ਜਿਹੜੀ ਉਹਨਾਂ ਦੀ ਸਿੱਖਿਆ ਹੈ ਉਹਨੂੰ ਗ੍ਰਹਿਣ ਕਰਨਾ ਚਾਹੀਦਾ ਹਰ ਇੱਕ ਸੋਰਸ ਤੋਂ, ਅਤੇ ਆਪਣੇ ਜੀਵਨ ਦੇ ਵਿੱਚ ਢਾਲਣਾ ਚਾਹੀਦਾ ਤਾਂ ਕਿ ਅਸੀਂ ਉਹਨਾਂ ਤੋਂ ਸੇਧ ਲੈ ਕੇ ਸੁਪਨੇ ਸਿਰਜ ਸਕੀਏ, ਅਤੇ ਉਹ ਸੁਪਨੇ ਜਿਹੜੇ ਸਾਡਾ ਜੀਵਨ ਤਾਂ ਸਵਾਰਨ ਹੀ ਸਵਾਰਨ, ਨਾਲ ਦੀ ਨਾਲ ਦੇਸ਼ ਲਈ ਵੀ ਜਿਹੜਾ ਹੈ, ਦੇਸ਼ ਦੀ ਤਰੱਕੀ ਲਈ ਵੀ ਪੂਰੀ ਦੀ ਪੂਰੀ ਤਰ੍ਹਾਂ ਨਾਲ ਸਹਾਈ ਹੋ ਸਕਣ। ਇਸ ਤਰ੍ਹਾਂ ਦੀਆਂ ਜੀਵਨੀਆਂ ਜਿਹੜੀਆਂ ਮਹਾਨ ਲੋਕਾਂ ਦੀਆਂ ਹੁੰਦੀਆਂ ਨੇ ਉਹ ਹਮੇਸ਼ਾ ਹੀ ਸਾਡੇ ਲਈ
ਪ੍ਰੇਰਨਾ ਸਰੋਤ ਹੁੰਦੀਆਂ ਨੇ। ਭਾਵ ਸਾਨੂੰ ਕਿਸੇ ਨਾ ਕਿਸੇ ਤਰ੍ਹਾਂ ਦੀ ਜਿਹੜੀ ਮੋਟੀਵੇਸ਼ਨ ਉਸ ਤੋਂ ਮਿਲਦੀ ਰਹਿੰਦੀ ਆ, ਜੋ ਸਾਡੇ ਜੀਵਨ ਦੇ ਵਿੱਚ ਅੱਗੇ ਵਧਣ ਦੇ ਲਈ, ਜੀਵਨ ਦੇ ਵਿੱਚ ਹੋਰ ਵਧੀਆ ਸੁਧਾਰ ਕਰਨ ਦੇ ਲਈ, ਸਹੀ ਰਸਤੇ 'ਤੇ ਚੱਲਣ ਦੇ ਲਈ ਸਹਾਈ ਹੁੰਦੀ ਹੈ। ਸੋ ਉਮੀਦ ਕਰਦੇ ਹਾਂ ਕਿ ਡਾਕਟਰ ਅਬਦੁਲ ਕਲਾਮ ਦੀ ਜਿਹੜੀ ਜੀਵਨੀ ਤੁਸੀਂ ਹੁਣ ਪੜ੍ਹੀ ਹੈ, ਸੁਣੀ ਹੈ, ਇਸ ਨੂੰ ਹੋਰ ਗੌਰ ਨਾਲ ਸਵੈ ਅਧਿਐਨ ਇਸ ਦਾ ਕਰੋਗੇ ਅਤੇ ਅਲੱਗ-ਅਲੱਗ ਜਿਹੜੀਆਂ ਉਹਨਾਂ ਦੇ ਜੀਵਨ ਦੇ ਵਿੱਚ ਘਟਨਾਵਾਂ ਤੁਸੀਂ ਪੜ੍ਹੀਆਂ, ਉਹਨਾਂ ਨੂੰ ਪੜ੍ਹ ਕੇ ਤੁਹਾਨੂੰ ਕੋਈ ਨਾ ਕੋਈ ਸੇਧ ਮਿਲੇਗੀ ਅਤੇ ਉਹੀ ਸੇਧ ਆ ਜਿਹੜੀ ਤੁਹਾਡੇ ਜ਼ਰੀਏ, ਤੁਹਾਡੀ ਲਾਈਫ ਦੇ ਜ਼ਰੀਏ ਪੂਰੇ ਦੇਸ਼ ਦੀ ਜਿਹੜੀ ਹੈ ਦਸ਼ਾ ਸੁਧਾਰਨ ਦੇ ਵਿੱਚ ਵੀ ਸਹਾਈ ਹੋਏਗੀ, ਕਿਉਂਕਿ ਤੁਸੀਂ ਅੱਜ ਦੇ ਨੌਜਵਾਨ ਹੋ, ਉਹੀ ਤੁਸੀਂ ਕੱਲ੍ਹ ਦੇ ਨੇਤਾ ਹੋ। ਤੁਸਾਂ ਨੇ ਹੀ ਦੇਸ਼ ਨੂੰ ਕੱਲ੍ਹ ਨੂੰ ਸੰਭਾਲਣਾ ਹੈ। ਸੋ ਇਸ ਉਮੀਦ ਦੇ ਨਾਲ ਜਿਹੜਾ ਹੈ ਅਸੀਂ ਇਸ ਚੈਪਟਰ ਨੂੰ ਕਲੋਜ਼ ਕਰਦੇ ਹਾਂ। ਅਭਿਆਸ ਲਈ ਕੁਝ ਪ੍ਰਸ਼ਨ ਦਿੱਤੇ ਹੋਏ ਨੇ, ਜੋ ਤੁਸੀਂ ਹੁਣੇ ਲੈਸਨ ਸੁਣਿਆ ਵੀ ਹੈ, ਤਾਂ ਇਸ ਨੂੰ ਇੱਕ ਵਾਰੀ ਜਦੋਂ ਸਵੈ ਅਧਿਐਨ ਕਰੋਗੇ ਤਾਂ ਤੁਹਾਨੂੰ ਹੋਰ ਸਮਝ ਪਏਗੀ। ਅਭਿਆਸ ਵਿੱਚ ਦਿੱਤੇ ਹੋਏ ਜਿਹੜੇ ਪ੍ਰਸ਼ਨ ਨੇ 7, ਇਹਨਾਂ ਨੂੰ ਤੁਸੀਂ ਇਹਨਾਂ ਦੇ ਉੱਤਰ ਖੋਜਣ ਦੀ ਕੋਸ਼ਿਸ਼ ਕਰੋ ਅਤੇ ਇਹਨਾਂ ਨੂੰ ਲਿਖਤੀ ਰੂਪ ਦੇ ਵਿੱਚ ਮੈਨੂੰ ਜਿਹੜਾ ਹੈਗਾ ਐਜ਼ ਅ ਹੋਮਵਰਕ ਤੁਸੀਂ ਇਸ ਨੂੰ ਕਰਨਾ ਹੈ ਅਤੇ ਸਬਮਿਟ ਕਰਾਉਣਾ ਹੈ। ਅਤੇ ਆਪਾਂ ਜੇ ਦੇਖਿਆ ਜਾਵੇ ਤਾਂ ਪ੍ਰਸ਼ਨ ਜਿਹੜੇ ਹੈਗੇ ਬੜੇ ਸਿੱਧੇ ਸਪਸ਼ਟ ਨੇ। ਡਾਕਟਰ ਕਲਾਮ ਨੇ ਆਪਣੇ ਪੇਸ਼ੇਵਰ ਜੀਵਨ ਦੀ ਸ਼ੁਰੂਆਤ ਕਿਤੋਂ ਕੀਤੀ, ਇਹ ਵੀ ਤੁਹਾਨੂੰ ਬਿਲਕੁਲ ਸ਼ੁਰੂਆਤ ਵਿੱਚ ਇਸ ਦਾ ਆਨਸਰ ਜਿਹੜਾ ਮਿਲ ਜਾਏਗਾ। ਉਹਨਾਂ ਦੀ ਮੌਤ ਡਾਕਟਰ ਕਲਾਮ ਜੀ ਦੀ ਮੌਤ ਕਦੋਂ ਹੋਈ ਸੀ ਅਤੇ ਉਦੋਂ ਉਹਨਾਂ ਦੀ ਉਮਰ ਕਿੰਨੀ ਸੀ, ਇਹ ਆਪਾਂ ਹੁਣੇ ਅਖੀਰ ਵਿੱਚ ਪੜ੍ਹਿਆ। 30 ਜੁਲਾਈ 2015 ਨੂੰ ਕਿੱਥੇ ਹੋਈ ਸੀ, ਉਹਨਾਂ ਦੀ ਉਮਰ ਕਿੰਨੀ ਸੀ, ਇਹ ਸਾਰਾ ਵੇਰਵਾ ਤੁਹਾਨੂੰ ਮਿਲੇਗਾ। ਡਾਕਟਰ ਅਬਦੁਲ ਕਲਾਮ ਦੀ ਰਹਿਣੀ ਬਹਿਣੀ ਕਿਹੋ ਜਿਹੀ ਸੀ, ਇਸ ਦਾ ਵੀ ਆਪਾਂ ਜ਼ਿਕਰ ਕੀਤਾ ਕਿ ਬਹੁਤ ਸਾਦੀ ਉਹਨਾਂ ਦਾ ਜਿਹੜਾ ਸਾਦੀ ਜ਼ਿੰਦਗੀ ਸੀ, ਸਾਦੀ ਰਹਿਣੀ ਬਹਿਣੀ ਸੀ। ਉਹ ਬਹੁਤ ਸਵਖਤੇ ਉੱਠਦੇ ਸੀ, ਬੜੀ ਮਿਹਨਤ ਕਰਦੇ ਸੀ। ਠੀਕ ਹੈ, ਇਹ ਤੁਸੀਂ ਲੈਸਨ ਦੇ ਵਿੱਚੋਂ ਜਦੋਂ ਖੁਦ ਪੜ੍ਹੋਗੇ ਤਾਂ ਦੇਖੋਗੇ।